ਪ੍ਰਾਈਮ ਵਿਮਨ ਦੇ ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਆ ਕਿ ਵਿਆਹ ਕਰਨ ਦੇ ਡਿਸੀਜ਼ਨ ਦੇ ਸਮੇਂ ਇੱਕ ਦੂਜੇ ਦੀ ਸ਼ਖਸੀਅਤ ਦੀ ਪਰਖ ਕਰਨੀ ਕਿੰਨੀ ਜ਼ਰੂਰੀ ਆ, ਅਸੀਂ ਕਿਹੜੀਆਂ ਚੀਜ਼ਾਂ ਨੂੰ ਅਹਿਮੀਅਤ ਦਿੰਦੇ ਆ, ਕੀ ਸੋਚ ਕੇ ਰਿਸ਼ਤੇ ਕਰਦੇ ਆ, ਤੇ ਅਸਲ ਦੇ ਵਿੱਚ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਨਾਲ ਤੁਰਨਾ ਤੇ ਸਾਨੂੰ ਕਿਹੜੀਆਂ ਚੀਜ਼ਾਂ ਅਸਲ ਦੇ ਵਿੱਚ ਤਾਲਮੇਲ ਕਿਹੋ ਜਿਹਾ ਚਾਹੀਦਾ। ਕਿਉਂਕਿ ਅਕਸਰ ਅਸੀਂ ਦੋਹਾਂ ਜੀਆਂ ਦੇ ਤਾਲਮੇਲ ਦੀ ਜਗ੍ਹਾ 'ਤੇ ਕੁਝ ਇਹੋ ਜਿਹੀਆਂ ਚੀਜ਼ਾਂ ਸੋਚ ਲੈਂਦੇ ਆ ਵੀ ਜਿਹੜੀਆਂ ਇੱਕ ਰਿਸ਼ਤੇ ਨੂੰ ਨਿਭਾਉਣ ਦੇ ਵਿੱਚ ਉਨੀਆਂ ਲੋੜੀਂਦੀਆਂ ਨਹੀਂ ਹੁੰਦੀਆਂ, ਜਾਂ ਫਿਰ ਸਾਡੀਆਂ ਪ੍ਰਾਇਓਰਿਟੀਜ਼ ਕਿਹੋ ਜਿਹੀਆਂ ਨੇ ਤੇ ਕਿਹੋ ਜਿਹੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਨੇ। ਪਹਿਲੇ ਟਾਈਮ ਦੀ ਜੇ ਗੱਲ ਕਰੀਏ ਤਾਂ ਅਕਸਰ ਅਸੀਂ ਆਪਣੀਆਂ ਬਜ਼ੁਰਗ ਬੀਬੀਆਂ ਤੋਂ ਸੁਣਦੇ ਹੁੰਦੇ ਸੀ ਵੀ ਅਸੀਂ ਤਾਂ ਵਿਆਹ ਤੋਂ ਬਾਅਦ ਹੀ ਇਹਨਾਂ ਨੂੰ ਇੱਕ ਦੂਜੇ ਨੂੰ ਦੇਖਿਆ, ਹੈ ਨਾ। ਫਿਰ ਹੌਲੀ ਹੌਲੀ ਟਾਈਮ ਬਦਲ ਗਿਆ, ਰਿਸ਼ਤੇ ਘਰ ਵਾਲਿਆਂ ਦੀ ਮਰਜ਼ੀ ਨਾਲ ਹੁੰਦੇ ਸੀ, ਇੱਕ ਦੂਜੇ ਨੂੰ 5-10 ਮਿੰਟ ਦਿੱਤੇ ਜਾਂਦੇ ਸੀ ਵੀ ਇੱਕ ਦੂਜੇ ਨਾਲ ਤੁਸੀਂ ਬੈਠ ਲਓ, ਅਤੇ ਉਹ ਇੰਨੀ ਫਾਰਮਲ ਤਰੀਕੇ ਨਾਲ ਗੱਲਬਾਤ ਹੁੰਦੀ ਸੀ, ਇੱਕ ਦੂਜੇ ਨੂੰ ਬਸ 5-10 ਮਿੰਟ 'ਚ ਸਮਝ ਲਓ, ਫਿਰ ਉਸ ਤੋਂ ਬਾਅਦ ਰਿਸ਼ਤਾ ਹੋ ਜਾਂਦਾ ਸੀ। ਹੁਣ ਔਨਲਾਈਨ ਦਾ ਜ਼ਮਾਨਾ, ਤੁਸੀਂ ਹੋ ਸਕਦਾ ਕਿ ਇੱਕ ਦੂਜੇ ਨੂੰ ਬੱਚੇ ਜਾਣਦੇ ਹੋਣ ਅਤੇ ਆਪਣੀ ਪਸੰਦ ਨਾਲ ਵਿਆਹ ਕਰਨ। ਸੋ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ, ਪਰ ਕਿਹੜੀਆਂ ਚੀਜ਼ਾਂ ਨੂੰ ਤਰਜੀਹ ਦੇ ਕੇ ਅਸੀਂ ਰਿਸ਼ਤੇ ਕਰਦੇ ਹਾਂ, ਅਸਲ ਦੇ ਵਿੱਚ ਰਿਸ਼ਤਾ ਨਿਭਾਉਣ ਦੇ ਲਈ ਕੀ ਚਾਹੀਦਾ, ਇਸ ਵਿਸ਼ੇ ਦੇ ਉੱਤੇ ਤੁਸੀਂ ਕੀ ਸੋਚਦੇ ਹੋ? ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ। ਅਕਸਰ ਅਸੀਂ ਸੋਚਦੇ ਹਾਂ ਵੀ ਜੇ ਕੁੜੀ ਦੇ ਪੱਖ ਤੋਂ ਸੋਚਿਆ ਜਾਵੇ ਤਾਂ ਘਰਦਿਆਂ ਨੂੰ ਹੁੰਦਾ ਕਿ ਅਸੀਂ ਆਪਣੇ ਤੋਂ ਜ਼ਿਆਦਾ ਵੱਡਾ ਪਰਿਵਾਰ ਲੱਭ ਦਈਏ, ਜਾਂ ਵੱਧ ਜ਼ਮੀਨ ਜਾਇਦਾਦ ਵਾਲਾ, ਜਾਂ ਫਿਰ ਹੁੰਦਾ ਕਿ ਖੁੱਲ੍ਹਾ ਜਿਨ੍ਹਾਂ ਕੋਲ ਫਾਈਨੈਂਸ਼ੀਅਲੀ ਜਿਹੜਾ ਪਰਿਵਾਰ ਸਟਰੋਂਗ ਹੋਵੇ। ਪਰ ਤੁਸੀਂ ਕੀ ਸਮਝਦੇ ਹੋ ਕਿ ਜ਼ਿੰਦਗੀ ਦੀ ਲੰਬੀ ਦੌੜ ਦੇ ਵਿੱਚ ਇੱਕ ਵਾਰੀ ਜੇ ਅਸੀਂ ਇਕੱਲਾ ਫਾਈਨੈਂਸ਼ੀਅਲੀ ਸਟਰੋਂਗ ਪਰਿਵਾਰ ਦੇਖ ਲਿਆ ਤਾਂ ਕੀ ਉਹ ਮੁੰਡੇ ਦੀ ਆਪਦੀ ਸ਼ਖਸੀਅਤ ਕਿੱਥੇ ਤੱਕ ਅਸੀਂ ਪਰਖਦੇ ਹਾਂ? ਜਾਂ ਸਾਨੂੰ ਕੀ ਲੱਗਦਾ ਕਿ ਕਈ ਵਾਰੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੈਸੇ ਤਾਂ ਖੂਹਾਂ ਦੇ ਖੂਹ ਵੀ ਭਰੇ ਹੋਣ, ਜੇ ਕੋਈ ਬੰਦਾ ਨਲਾਇਕ ਟੱਕਰ ਗਿਆ ਤਾਂ ਉਹ ਖੂਹ ਦੇ ਖੂਹ ਖਾਲੀ ਹੋ ਜਾਣਗੇ, ਪਰ ਜੇ ਇੱਕ ਬੰਦਾ ਲਾਇਕ ਟੱਕਰ ਗਿਆ ਤਾਂ ਹੋ ਸਕਦਾ ਉਹਦੇ ਕੋਲ ਅੱਜ ਕੁਛ ਨਾ ਹੋਵੇ, ਕੱਲ੍ਹ ਨੂੰ ਉਹ ਬਹੁਤ ਕੁਛ ਬਣਾ ਲਵੇ। ਸੋ ਕੀ ਅਸੀਂ ਅੰਦਰੂਨੀ ਤੌਰ 'ਤੇ ਬਹੁਤ ਡੀਪ ਜਾ ਕੇ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ? ਕਈ ਵਾਰੀ ਅਸੀਂ ਸੋਚਦੇ ਹਾਂ ਕਿ ਕੁੜੀ ਲਈ ਬਹੁਤ ਵੱਡਾ ਘਰ ਲੱਭ ਦਈਏ ਅਤੇ ਉਹ ਉਸ ਵੱਡੇ ਘਰ ਦੇ ਵਿੱਚ ਖੁਸ਼ ਰਹੂਗੀ, ਜਾਂ ਕੁੜੀਆਂ ਵੀ ਕਈ ਵਾਰੀ ਸੋਚਦੀਆਂ ਨੇ ਵੱਡੀ ਗੱਡੀ, ਵੱਡੇ ਸੁਪਨੇ, ਸਭ ਕੁਛ ਵੱਡਾ ਵੱਡਾ, ਅਤੇ ਸਾਨੂੰ ਅਸੀਂ ਸਿਰਫ ਫਾਈਨੈਂਸ਼ੀਅਲੀ ਦੂਜੇ ਬੰਦੇ 'ਤੇ ਬਰਡਨ ਬਣ ਜਾਣਾ ਗਾ। ਸੋ ਅਸਲ ਦੇ ਵਿੱਚ ਤਾਂ ਇਹ ਰਿਸ਼ਤਾ ਤਾਂ ਇੱਕ ਤਰ੍ਹਾਂ ਨਾਲ ਇੱਕ ਰੇਲ ਦੀ ਪਟੜੀ ਦੀਆਂ ਦੋ ਇਹੋ ਜਿਹੀਆਂ ਲੀਹਾਂ ਨੇ ਜਿਨ੍ਹਾਂ ਨੇ ਇੱਕ ਦੂਜੇ ਦੇ ਸਾਥ ਨਾਲ ਚੱਲਣਾ ਗਾ। ਕੀ ਸਾਨੂੰ ਹੁਣ ਜੇ ਅਸੀਂ ਆਪਣੀਆਂ ਕੁੜੀਆਂ ਨੂੰ ਪੜ੍ਹਾਤਾ, ਲਿਖਾਤਾ, ਬਾਹਰ ਨੌਕਰੀਆਂ ਕਰਨ ਭੇਜਤਾ, ਉਹਨਾਂ ਨੂੰ ਸਾਰੇ ਕੰਮ ਸਿਖਾਤੇ, ਕੀ ਉਹਨਾਂ ਨੂੰ ਸਾਨੂੰ ਇੱਕ ਅਗਲੇ ਸਟੈਪ 'ਤੇ ਇਹ ਸਿਖਾਉਣ ਦੀ ਲੋੜ ਨਹੀਂ ਆ ਕਿ ਤੁਹਾਡੇ ਨਾਲ ਤੁਹਾਡਾ ਜੀਵਨ ਸਾਥੀ ਕਿਵੇਂ ਵਿਚਰਦਾ, ਉਹ ਚੀਜ਼ ਜ਼ਿਆਦਾ ਜ਼ਰੂਰੀ ਆ। ਤੁਸੀਂ ਆਪ ਫਾਈਨੈਂਸ਼ੀਅਲੀ ਆਪਣੇ ਖਰਚੇ ਆਪ ਕੱਢ ਸਕੋ, ਤੁਹਾਨੂੰ ਆਪਣੇ ਤੋਂ ਵੱਡੇ, ਕਿਉਂਕਿ ਇਹ ਚੀਜ਼ ਵੀ ਸੁਸਾਇਟੀ ਦੇ ਵਿੱਚ ਹੈਗੀ ਆ ਕਿ ਅਕਸਰ ਕੁੜੀਆਂ ਆਪਣੇ ਤੋਂ ਅਮੀਰ ਪਰਿਵਾਰ ਦੇ ਵਿੱਚ ਜਾਣਾ ਪਸੰਦ ਕਰਦੀਆਂ ਨੇ, ਅਤੇ ਜਿਹੜੇ ਸਾਡੇ ਭਰਾ ਨੇ ਉਹ ਆਪਣੇ ਤੋਂ ਗਰੀਬ ਘਰ ਦੀ ਕੁੜੀ ਲੈ ਲੈਂਦੇ ਨੇ, ਉਹਦੇ ਨਾਲ ਐਡਜਸਟ ਹੋ ਜਾਂਦੇ ਨੇ। ਪਰ ਕਿਸ ਹੱਦ ਤੱਕ ਕੁੜੀਆਂ ਫਾਈਨੈਂਸ਼ੀਅਲੀ ਜਦੋਂ ਬਹੁਤ ਸਟਰੋਂਗ ਹੁੰਦੀਆਂ ਨੇ, ਉਹ ਕਿਸੇ ਨੂੰ ਕਿੰਨੀ ਸਪੋਰਟ ਕਰਦੀਆਂ ਨੇ? ਕਿਉਂਕਿ ਫੈਮਿਨਿਜ਼ਮ ਦੇ ਵਿੱਚ ਸਿਰਫ ਇੱਕ ਪੱਖ ਨੂੰ ਅਸੀਂ ਗੱਲ ਨਹੀਂ ਕਰਾਂਗੇ, ਅਸੀਂ ਦੋਨਾਂ ਪੱਖਾਂ ਦੀ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਤਾਂ ਦੋਨਾਂ ਦੀ ਜ਼ਿੰਦਗੀ ਇੱਕ ਦੂਜੇ ਦਾ ਹੱਥ ਫੜ ਕੇ ਤੁਰਨ ਦਾ ਨਾਂ। ਔਰ ਜਿਵੇਂ ਆਪਾਂ ਕਈ ਵਾਰੀ ਘਰ ਲੈ ਲੈਂਦੇ ਹਾਂ ਜਾਂ ਘਰ ਬਣਵਾ ਲੈਂਦੇ ਹਾਂ, ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਇਹ ਘਰ 'ਚ ਆਹ ਕਮੀ ਰਹਿ ਗਈ, ਇੱਥੇ ਅਸੀਂ ਆਹ ਕਰਵਾਉਣਾ ਸੀ, ਆਹ ਚੀਜ਼ ਦਾ ਡਿਜ਼ਾਈਨ ਪਵਾਉਣਾ ਸੀ। ਉਸੇ ਤਰ੍ਹਾਂ ਵਿਆਹ ਦੇ ਰਿਸ਼ਤੇ ਵਿੱਚ ਕਈ ਵਾਰੀ ਅਸੀਂ ਉਸ ਪਰਿਵਾਰ ਨੂੰ ਜਾਂ ਉਸ ਸ਼ਖਸੀਅਤ ਨੂੰ ਇੰਨਾ ਨਹੀਂ ਜਾਣਦੇ ਹੁੰਦੇ, ਬਾਅਦ ਦੇ ਵਿੱਚ ਸਾਨੂੰ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਚੈਲੰਜ ਆਉਂਦੇ ਆ, ਉਹ ਹਰ ਜਗ੍ਹਾ 'ਤੇ ਪੈਸੇ ਨਾਲ ਪੂਰੇ ਨਹੀਂ ਜਾ ਸਕਦੇ। ਔਰ ਅਸੀਂ ਖੁਦ ਦੂਜੇ ਪੱਖ ਤੋਂ ਜੇ ਅਸੀਂ ਸੋਚੀਏ ਤਾਂ ਕਈ ਵਾਰੀ ਸਾਡੇ ਭਰਾ ਵੀ ਇਹ ਸੋਚਦੇ ਆ ਕਿ ਕੁੜੀ ਬਹੁਤ ਸੋਹਣੀ ਸੁਨੱਖੀ ਹੋਣੀ ਚਾਹੀਦੀ ਆ, ਬਸ ਇੱਕ ਵਾਰੀ ਕੁੜੀ ਜਦੋਂ ਸਟੇਜ 'ਤੇ ਬੈਠੇ ਉਦੋਂ ਉਹ ਕਿਸੇ ਹੀਰੋਇਨ ਜਾਂ ਕਿਸੇ ਵੱਡੀ ਸੁਪਰਸਟਾਰ ਵਰਗੀ ਲੱਗਣੀ ਚਾਹੀਦੀ ਆ। ਪਰ ਕੀ ਇੱਕ ਦਿਨ ਸੁਪਰਸਟਾਰ ਵਰਗੀ ਲੱਗਦੀ ਕੁੜੀ ਸਾਰੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਲਮੇਲ ਬਣਾ ਕੇ ਤੁਹਾਡੇ ਨਾਲ ਨਿਭਾ ਪਾਊਗੀ? ਇਹ ਚੀਜ਼ ਵੀ ਇੰਪੋਰਟੈਂਟ ਆ, ਕਿਉਂਕਿ ਦੋਨਾਂ ਧਿਰਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਆ। ਹੁਣ ਮੁੰਡਿਆਂ ਨੂੰ ਹੁੰਦਾ ਕਿ ਕੁੜੀ ਬਹੁਤ ਪਤਲੀ ਹੋਵੇ, ਕੁੜੀ ਬਹੁਤ ਸੋਹਣੀ ਹੋਵੇ, ਜਦੋਂ ਕੋਈ ਸਟੇਜ 'ਤੇ ਮਤਲਬ ਬੈਠੇ ਤੇ ਸਾਰੇ ਇਹ ਕਹਿਣ ਕਿ ਜਿਹੜੀ ਬਹੂ ਆ ਇਹ ਬਹੁਤ ਸੋਹਣੀ ਵਿਆਹ ਕੇ ਲਿਆਂਦੀ ਆ। ਪਰ ਕੀ ਅਸੀਂ ਸੁਹੱਪਣ ਦੇ ਚੱਕਰ ਦੇ ਵਿੱਚ ਕਿਤੇ ਗੁਣਾਂ ਨੂੰ ਨਜ਼ਰ ਅੰਦਾਜ਼ ਤਾਂ ਨਹੀਂ ਕਰਦੇ ਕੁੜੀ ਦੇ? ਜਾਂ ਫਿਰ ਅਸੀਂ ਮੁੰਡੇ ਦੇ
ਮੁੰਡੇ ਦੇ ਮਾਪਿਆਂ ਦੇ ਪੈਸੇ ਦੇ ਸਿਰ ਤੇ ਮੁੰਡੇ ਦੇ ਗੁਣਾਂ ਨੂੰ ਨਜ਼ਰਅੰਦਾਜ਼ ਤਾਂ ਨਹੀਂ ਕਰਦੇ। ਹੋ ਸਕਦਾ ਅੱਜ ਇੱਕ ਛੋਟੇ ਪਰਿਵਾਰ ਦਾ ਗਰੀਬ ਮੁੰਡਾ ਕੱਲ੍ਹ ਨੂੰ ਆਪਣੀ ਮਿਹਨਤ ਦੇ ਨਾਲ ਬਹੁਤ ਵਧੀਆ ਕਮਾਈ ਕਰ ਲਵੇ, ਤੇ ਇਹ ਵੀ ਹੋ ਸਕਦਾ ਕਿ ਰੰਗ ਦੇ ਥੋੜ੍ਹੀ ਜਿਹੀ ਪੱਕੀ ਕੁੜੀ ਤੁਹਾਡਾ ਘਰ ਆ ਕੇ ਸਵਾਰ ਦੇਵੇ, ਤੇ ਇਹ ਵੀ ਹੋ ਸਕਦਾ ਕਿ ਅੱਜ ਅਸੀਂ ਕੁੜੀ ਦੇ ਲਈ ਬਹੁਤ ਵੱਡਾ ਘਰ ਲੱਭਤਾ ਤੇ ਉਹਨੂੰ ਵੱਡਾ ਘਰ ਸਾਂਭਣਾ ਹੀ ਨਹੀਂ ਆਇਆ। ਇਹਦੇ ਨਾਲ ਇੱਕ ਵਿਸ਼ਾ ਹੋਰ ਵੀ ਜੁੜਿਆ ਹੋਇਆ, ਤੇ ਅਕਸਰ ਅਸੀਂ ਕਹਿੰਦੇ ਹਾਂ ਬਈ ਤੁਸੀਂ ਵੀ ਇਸ ਗੱਲ ਦਾ ਜਵਾਬ ਇਹੀ ਦਿਓਗੇ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡਾ ਮੁੰਡਾ ਵਿਗੜ ਗਿਆ ਤਾਂ ਉਹਦਾ ਜਵਾਬ ਕੀ ਹੋਊਗਾ। ਬਹੁਤੇ ਘਰਾਂ ਦੇ ਵਿੱਚ ਇਹੀ ਚੀਜ਼ ਕਹੀ ਜਾਂਦੀ ਆ ਕਿ ਜੇ ਮੁੰਡਾ ਵਿਗੜ ਗਿਆ ਕੋਈ ਗੱਲ ਨਹੀਂ, ਇਹਦਾ ਵਿਆਹ ਕਰ ਦੇਣਾ। ਸੋ ਅਸੀਂ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਇਹ ਵੀ ਸਾਡੀ ਮਾਨਸਿਕਤਾ ਨੂੰ ਦਰਸਾਉਂਦਾ ਕਿ ਕੀ ਅਸੀਂ ਵਿਗੜੇ ਹੋਏ ਰੂਪ ਨੂੰ ਠੀਕ ਕਰਨ ਦੇ ਵਿੱਚ ਵਿਆਹ ਨੂੰ ਇੱਕ ਯੋਗਤਾ ਸਮਝਦੇ ਹਾਂ ਕਿ ਜਦੋਂ ਵਿਆਹ ਹੋ ਗਿਆ, ਕੁੜੀ ਆ ਗਈ ਤੇ ਉਹਦੇ ਤੋਂ ਜਾਂ ਇਹ ਡਰਨ ਲੱਗ ਜੂਗਾ, ਕਿਉਂਕਿ ਛੋਟੀਆਂ ਗੱਲਾਂ ਦੇ ਵਿੱਚ ਹੀ ਅਸੀਂ ਅਕਸਰ ਕਹਿੰਦੇ ਹਾਂ ਵੀ ਤੇਰਾ ਸੁਭਾਅ ਹੁਣ ਬਦਲ ਗਿਆ। ਜੇ ਪਹਿਲਾਂ ਇਹ ਆ ਸਾਰੀਆਂ ਸਬਜ਼ੀਆਂ ਸਾਡਾ ਵੀਰ ਨਹੀਂ ਖਾਂਦਾ ਸੀ, ਹੁਣ ਖਾਣ ਲੱਗ ਗਿਆ, ਹੋ ਸਕਦਾ ਘਰ ਵਾਲੀ ਦੇ ਦਬਾਅ 'ਚ ਇਹ ਐਡਜਸਟਮੈਂਟ ਕਰਨੀ ਸਿੱਖ ਗਿਆ। ਐਡਜਸਟਮੈਂਟ ਕਰਨੀ ਬਹੁਤ ਚੰਗੀ ਗੱਲ ਆ, ਪਰ ਅਸੀਂ ਵਿਆਹ ਨੂੰ ਕਿਸ ਹਿਸਾਬ ਨਾਲ ਲੈਂਦੇ ਹਾਂ। ਕਈ ਵਾਰੀ ਇਹ ਵੀ ਹੁੰਦਾ ਕਿ ਸਾਡੇ ਦੋਹਾਂ ਪਰਿਵਾਰਾਂ ਦਾ ਜ਼ੋਰ ਲੱਗਿਆ ਹੁੰਦਾ ਕਿ ਮੀਆਂ ਬੀਬੀ ਦੇ ਵਿੱਚ ਦੋਨਾਂ ਜਣਿਆਂ ਦੇ ਵਿੱਚ ਤਾਲਮੇਲ ਚੰਗਾ ਹੋ ਜਾਏ, ਪਰ ਜੇ ਉਹਨਾਂ ਦਾ ਤਾਲਮੇਲ ਬਹੁਤ ਚੰਗਾ ਗਾ, ਬਹੁਤ ਇੱਕ ਦੂਜੇ ਨਾਲ ਉਹ ਮਿੱਥ ਕੇ ਇੱਕ ਦੂਜੇ ਦੀ ਰਾਏ ਲੈ ਕੇ ਕੰਮ ਕਰਦੇ ਆ, ਤੇ ਕਈ ਵਾਰੀ ਉਹ ਇਹ ਵੀ ਹੁੰਦਾ ਕਿ ਰਿਸ਼ਤੇਦਾਰਾਂ ਨੂੰ ਉਹਦੇ ਤੋਂ ਬੜੀ ਸਮੱਸਿਆ ਹੁੰਦੀ ਆ। ਸੋ ਅਸੀਂ ਵਿਆਹ ਦੇ ਵਿੱਚ ਸ਼ਖਸੀਅਤ ਪਰਖਣੀ ਕਈ ਵਾਰੀ ਪਿੱਛੇ ਰਹਿ ਜਾਂਦੇ ਹਾਂ। ਅਸੀਂ ਦੋ ਪਰਿਵਾਰਾਂ ਜਾਂ ਉਹਨਾਂ ਦੇ ਰੁਤਬੇ ਜਾਂ ਉਹਨਾਂ ਦੀਆਂ ਜਾਇਦਾਦਾਂ ਜਾਂ ਉਹਨਾਂ ਦੇ ਸੁਹੱਪਣ ਨੂੰ ਜ਼ਿਆਦਾ ਅਹਿਮੀਅਤ ਦੇ ਦਿੰਦੇ ਹਾਂ। ਅਸਲ ਦੇ ਵਿੱਚ ਜੇ ਤੁਸੀਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੁੰਡਿਆਂ ਦੀ ਸੋਚ ਸਮਝੋਗੇ ਤਾਂ ਉਹ ਇਸ ਚੀਜ਼ ਨੂੰ ਸਮਝਦੇ ਨੇ ਕਿ ਸਾਨੂੰ ਜਿਹੜੀ ਕੁੜੀ ਆ ਉਹ ਪੜ੍ਹੀ ਲਿਖੀ ਚਾਹੀਦੀ ਆ, ਕਿਉਂਕਿ ਅੱਗੇ ਜਿਸ ਨੇ ਜਨਰੇਸ਼ਨ ਚਲਾਉਣੀ ਆ ਉਹ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾ ਵੀ ਸਕੇ, ਨੌਕਰੀ ਵੀ ਕਰ ਸਕੇ, ਨਾਲ ਇੱਕ ਦੂਜੇ ਦੇ ਮਦਦ ਵੀ ਫਾਈਨੈਂਸ਼ੀਅਲੀ ਵੀ ਇੱਕ ਦੂਜੇ ਦੀ ਮਦਦ ਕਰ ਸਕਣ। ਸੋ ਉਹ ਜ਼ਮਾਨਾ ਤਾਂ ਹੁਣ ਹੈ ਨਹੀਂ ਆ ਕਿ ਜਦੋਂ ਮਰਦ ਨੇ ਘਰੇ ਦਹਲੀਜ਼ ਦੇ ਪੈਰ ਰੱਖਿਆ ਤਾਂ ਇੱਕਦਮ ਪਾਣੀ ਦਾ ਗਲਾਸ ਮਿਲੂਗਾ, ਕਿਉਂਕਿ ਇੱਕ ਜਾਣਾ ਸਾਰਾ ਦਿਨ ਘਰੇ ਆ। ਸੋ ਹੁਣ ਜੇ ਦੋਨੇ ਮੀਆਂ ਬੀਬੀ ਕੰਮ ਕਰਦੇ ਨੇ ਤਾਂ ਉਸ ਵਕਤ ਤੁਹਾਡੀਆਂ ਜਾਇਦਾਦਾਂ ਦੇ ਨਾਲੋਂ ਤੁਹਾਡੀ ਇੱਕ ਦੂਜੇ ਨਾਲ ਸ਼ਖਸੀਅਤ ਮੈਚ ਹੋਣੀ ਬਹੁਤ ਜ਼ਰੂਰੀ ਆ, ਇੱਕ ਦੂਜੇ ਦਾ ਸੁਭਾਅ ਜਾਣਨਾ ਬਹੁਤ ਜ਼ਰੂਰੀ ਆ। ਜਦੋਂ ਬੱਚਾ ਹੋ ਜਾਂਦਾ ਤੇ ਕਈ ਵਾਰੀ ਅਸੀਂ ਇਹ ਵੀ ਕੀ ਸੋਚਦੇ ਹਾਂ ਕਿ ਇਹ ਸਿਰਫ ਮੇਰੇ ਵੀਰਾਂ ਦੇ ਲਈ ਮੈਂ ਇਹ ਗੱਲ ਕਹਿਣਾ ਚਾਹੂੰਗੀ ਵੀ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਇਹ ਜ਼ਿੰਮੇਵਾਰੀ ਸਿਰਫ ਮੇਰੀ ਘਰਵਾਲੀ ਦੀ ਜਾਂ ਮੇਰੀ ਮਾਂ ਦੀ ਆ ਕਿ ਚਲੋ ਵਿਆਹ ਹੋ ਗਿਆ ਤੇ ਹੁਣ ਫਟਾਫਟ ਤੁਸੀਂ ਬੱਚਾ ਕਰ ਲਓ ਕਿਉਂਕਿ ਹਜੇ ਦਾਦਾ ਦਾਦੀ ਦੇ ਅੰਗ ਪੈਰ ਚੱਲਦੇ ਆ। ਪਰ ਅਸਲ ਦੇ ਵਿੱਚ ਸਮਝਣ ਦੀ ਲੋੜ ਤਾਂ ਇਹ ਆ ਕਿ ਜਦੋਂ ਬੱਚਾ ਹੋ ਗਿਆ ਉਹ ਘਰਵਾਲੀ ਜਾਂ ਮਾਂ ਦੀ ਜ਼ਿੰਮੇਵਾਰੀ ਨਹੀਂ ਆ, ਉਹ ਹਸਬੈਂਡ ਵਾਈਫ ਦੋਨਾਂ ਦੀ ਜ਼ਿੰਮੇਵਾਰੀ ਆ। ਤੇ ਜੇ ਤੁਸੀਂ ਕੰਮ ਤੋਂ ਆ ਰਹੇ ਹੋ, ਤੁਹਾਨੂੰ ਲੱਗਦਾ ਕਿ ਸਾਰਾ ਦਿਨ ਮੇਰੀ ਮਾਂ ਨੇ ਮੇਰਾ ਬੱਚਾ ਦੇਖਿਆ, ਹੁਣ ਮੇਰੀ ਵਾਈਫ ਕੰਮ ਤੋਂ ਆ ਗਈ, ਉਹਨੇ ਵੀ ਕਿਚਨ ਦੇ ਵਿੱਚ ਕੰਮ ਕਰਕੇ ਨਾਲ ਬੱਚੇ ਨੂੰ ਟਾਈਮ ਦਿੱਤਾ, ਤਾਂ ਤੁਸੀਂ ਵੀ ਫੋਨ 'ਤੇ ਨਾ ਬੈਠੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਰਿਸ਼ਤਿਆਂ ਦੇ ਵਿੱਚ ਮਿਠਾਸ ਭਰਦੀਆਂ ਨੇ। ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਸੋਚਣ ਦੀ ਬਜਾਏ ਅਸੀਂ ਸਿਰਫ ਬਾਹਰੀ ਮੈਟੀਰੀਅਲਿਸਟਿਕ ਚੀਜ਼ਾਂ 'ਤੇ ਇੰਨਾ ਧਿਆਨ ਦੇਣ ਲੱਗ ਜਾਂਦੇ ਹਾਂ। ਸਾਨੂੰ ਲੱਗਦਾ ਸਿਰਫ ਜ਼ਿੰਦਗੀ 'ਚ ਗੱਡੀ ਜਾਂ ਬਹੁਤ ਜ਼ਿਆਦਾ ਪੈਸਾ ਜਾਂ ਫਾਈਨੈਂਸ਼ੀਅਲੀ ਸੈੱਟ ਹੋਣਾ। ਅਸੀਂ ਆਪਣੇ ਬੱਚਿਆਂ ਦੇ ਵਿੱਚ ਇੰਨੀ ਕੁ ਕਾਬਲੀਅਤ ਤਾਂ ਜ਼ਰੂਰ ਭਰ ਦਈਏ ਕਿ ਚਾਹੇ ਉਹ ਸਾਡੀ ਬੇਟੀ ਆ, ਸਾਡੀ ਕੁੜੀ ਆ, ਜਾਂ ਮੁੰਡੇ ਦੇ ਪੱਖ ਤੋਂ ਸੋਚਿਆ ਜਾਵੇ ਜਾਂ ਕੁੜੀ ਦੇ ਪੱਖ ਤੋਂ ਸੋਚਿਆ ਜਾਵੇ, ਇੱਕ ਦੂਜੇ ਨਾਲ ਵਿਅਕਤੀਤਵ, ਤੁਹਾਡਾ ਸੁਭਾਅ, ਤੁਹਾਡੇ ਇੱਕ ਦੂਜੇ ਨਾਲ ਫੈਸਲੇ ਲੈਣ ਦੀ ਸਮਰੱਥਾ, ਤੁਹਾਡੀ ਇੱਕ ਦੂਜੇ ਨਾਲ ਲੈ 'ਚ ਕੰਮ ਕਰਨ ਦਾ ਤਰੀਕਾ, ਇਹ ਸਾਰਾ ਕੁਛ ਵਿਆਹ ਤੋਂ ਬਾਅਦ ਦੇ ਮਸਲਿਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਤਾਲਮੇਲ ਜ਼ਿਆਦਾ ਜ਼ਰੂਰੀ ਆ। ਸੋ ਅਕਸਰ ਆਪਣੇ ਘਰਾਂ ਦੇ ਵਿੱਚ ਜੇ ਪੰਜਾਬੀ ਪਰਿਵਾਰਾਂ ਦੀ ਗੱਲ ਕਰੀਏ ਤੇ ਇਹ ਵੀ ਕਹਿੰਦੇ ਜੇ ਹੁਣ ਕਿਚਨ ਦੇ ਵਿੱਚ ਬਹੂ ਕੰਮ ਕਰਦੀ ਆ ਤੇ ਮੁੰਡੇ ਨੇ ਆ ਕੇ ਥੋੜ੍ਹੀ ਜਿਹੀ ਮਦਦ ਕਰਾਤੀ, ਤੇ ਕਈ ਵਾਰੀ ਫਿਰ ਮਾਂ ਕਹਿ ਦਿੰਦੀ ਆ ਵੀ ਕੋਈ ਗੱਲ ਨਹੀਂ, ਇਹ ਕੰਮ ਮੁੰਡਾ ਕਿਚਨ 'ਚ ਜੇ ਕੋਈ ਨਾਲ ਕੰਮ ਕਰ ਰਿਹਾ ਤਾਂ ਦੂਜੇ ਟੱਬਰ ਦੇ ਜੀਆਂ ਨੂੰ ਲੱਗਣ ਲੱਗ ਜਾਂਦਾ। ਜਦੋਂ ਦੋ ਜਣਿਆਂ ਨੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਗਾ ਤਾਂ ਉਹਦੇ 'ਚ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਆਪਸ 'ਚ ਵੰਡਣ ਦੀ ਲੋੜ ਆ। ਕਿਉਂਕਿ ਜੇ ਹੁਣ ਕੁੜੀਆਂ ਘਰ ਦੇ ਕੰਮ ਕਰਕੇ ਨੌਕਰੀ ਕਰਨ ਲੱਗ ਗਈਆਂ ਤਾਂ ਮੁੰਡੇ ਵੀ ਨੌਕਰੀ ਕਰਕੇ ਆ ਕੇ ਘਰ ਦੇ ਕੰਮਾਂ 'ਚ ਹੱਥ ਵਟਾ ਸਕਦੇ ਆ। ਮੈਟੀਰੀਅਲਿਸਟਿਕ ਚੀਜ਼ਾਂ ਦੀ ਬਜਾਏ ਇੱਕ ਦੂਜੇ ਦੀ ਸ਼ਖਸੀਅਤ ਨੂੰ ਸਮਝਣਾ ਉਹਦੇ 'ਚ ਕਿੰਨਾ ਅਹਿਮ ਰੋਲ ਅਦਾ ਕਰਦਾ। ਤੁਹਾਨੂੰ ਇੱਕ ਦੂਜੇ ਬਾਰੇ, ਇੱਕ ਦੂਜੇ ਦਾ ਸੁਭਾਅ ਮਿਲਣਾ ਕਿੰਨਾ ਜ਼ਰੂਰੀ ਆ। ਅਕਸਰ ਅਸੀਂ ਸੋਚਦੇ ਹਾਂ ਕਿ ਜਦੋਂ ਵਿਆਹ ਤੋਂ ਪਹਿਲਾਂ ਅਸੀਂ ਚਾਹੇ ਕੁੜੀ ਵਾਲੀ ਸਾਈਡ ਤੋਂ ਦੇਖੀਏ ਜਾਂ ਮੁੰਡੇ ਵਾਲੀ ਸਾਈਡ ਤੋਂ ਦੇਖੀਏ, ਅਸੀਂ ਕਈ ਵਾਰੀ ਪਰਦੇ ਜਾਂ ਓਹਲੇ ਰੱਖਣ ਲੱਗ ਜਾਂਦੇ ਹਾਂ। ਪਰ ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ
ਜਦੋਂ ਵਿਆਹ ਹੋ ਗਿਆ 3 ਜਾਂ 4 ਸਾਲਾਂ ਬਾਅਦ ਉਹ ਪਰਦੇ ਨਹੀਂ ਰਹਿਣੇ। ਜਿਹੜੀ ਕੁੜੀ ਤੁਹਾਡੇ ਘਰੇ ਵਿਆਹ ਕੇ ਆਈ ਆ ਉਹਨੂੰ ਹਰ ਇੱਕ ਚੀਜ਼ ਤੁਹਾਡੇ ਘਰ ਦੀ ਪਤਾ ਲੱਗ ਜਾਣੀ ਆ। ਸੋ ਅਸੀਂ ਪਹਿਲਾਂ ਹੀ ਇਹੋ ਜਿਹੇ ਓਲੇ ਜਾਂ ਪਰਦੇ, ਜਾਂ ਕਈ ਵਾਰੀ ਹੁੰਦਾ ਕਿ ਘੱਟ ਜ਼ਮੀਨ ਆ ਰਹੀ ਆ ਜਾਂ ਕੋਈ ਚੀਜ਼ ਕਿਸੇ ਚੀਜ਼ ਦੇ ਵਿੱਚ, ਜੇ ਅਸੀਂ ਗੱਲ ਕਰੀਏ ਕਿ ਅਕਸਰ ਕਹਿ ਦਿੰਦੇ ਕਿ ਨਹੀਂ ਇਹ ਤਾਂ ਕਦੇ ਦਿਨ ਸੌ ਦੀ ਡਰਿੰਕ ਕਰਦੇ ਹੋਣਗੇ, ਪਰ ਬਾਅਦ 'ਚ ਪਤਾ ਲੱਗਦਾ ਕਈ ਵਾਰੀ ਉਹ ਦਿਨ ਸੌ ਰੋਜ਼ ਹੀ ਆਇਆ ਰਹਿੰਦਾ। ਸੋ ਇਹ ਕਈ ਚੀਜ਼ਾਂ ਨੇ ਜਿਹੜੇ ਪਰਦੇ ਓਲੇ ਜੇ ਤੁਸੀਂ ਰੱਖੋਗੇ ਤਾਂ ਰਿਸ਼ਤਿਆਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਆ, ਕਿਉਂਕਿ ਸਿਰਫ 2 ਜਾਣੇ ਤਾਂ ਉਸ ਚੀਜ਼ ਦੇ ਵਿੱਚ ਨਹੀਂ ਪਿਸਦੇ, 2 ਪਰਿਵਾਰ ਵੀ ਪਿਸਦੇ ਆ। ਹੁਣ ਸ਼ਾਇਦ ਇਹੀ ਕਾਰਨ ਆ ਕਿ ਸਬਰ, ਸੰਤੋਖ, ਇੱਕ ਦੂਜੇ ਨਾਲ ਰਲ ਮਿਲ ਕੇ ਚੱਲਣਾ ਕੁੜੀਆਂ ਦੇ ਲਈ ਵੀ, ਕਿਉਂਕਿ ਹੁਣ ਅਸੀਂ ਔਨਲਾਈਨ ਦਾ ਜ਼ਮਾਨਾ ਇੰਨਾ ਜ਼ਿਆਦਾ ਕਿ ਅਸੀਂ ਦੇਖਾ ਦੇਖੀ, ਜੇ ਕਿਸੇ ਦੂਜੇ ਨੇ ਮਹਿੰਗੀ ਚੀਜ਼ ਲਈ ਆ, ਮਹਿੰਗੇ ਕੱਪੜੇ ਲਏ ਆ, ਮਹਿੰਗੇ ਗਹਿਣੇ ਲਏ, ਅਸੀਂ ਉਹਨਾਂ ਤੋਂ ਵੀ ਸੋਹਣੇ ਬਣਨਾ। ਸੋ ਮੁੰਡਿਆਂ 'ਤੇ ਵੀ ਉਸ ਚੀਜ਼ ਦਾ ਪ੍ਰੈਸ਼ਰ ਹੁੰਦਾ ਵੀ ਹੋ ਸਕਦਾ ਇਹ 1000 ਨਹੀਂ $2000 ਦਾ ਸਮਾਨ ਚੱਕੇ, ਜਾਂ ਇੰਡੀਅਨ ਕਰੰਸੀ ਦੀ ਗੱਲ ਕਰ ਲਈ ਜਾਏ। ਸੋ ਅਸੀਂ ਦੇਖਾ ਦੇਖੀ ਇੱਕ ਦੂਜੇ 'ਤੇ ਬੋਝ ਵੀ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਕੁੜੀਆਂ ਨੂੰ ਵੀ ਫਾਈਨੈਂਸ਼ਲੀ ਆਪਣੇ ਆਪ 'ਤੇ ਇੰਡੀਪੈਂਡੈਂਟ ਹੋਣ ਦੀ ਲੋੜ ਆ। ਉਹ ਸੁਭਾਅ, ਸ਼ਖਸੀਅਤ ਜਾਂ ਇੱਕ ਦੂਜੇ ਨਾਲ ਦੋਹਾਂ ਦਾ ਤਾਲਮੇਲ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਾਣਨਾ ਜ਼ਿਆਦਾ ਜ਼ਰੂਰੀ ਆ। ਉਹ ਓਲੇ ਜਾਂ ਪਰਦੇ ਅਸੀਂ ਨਾ ਰੱਖੀਏ। ਕਈ ਵਾਰੀ ਹੁੰਦਾ ਕਿ ਅਸੀਂ ਵਿਦੇਸ਼ਾਂ ਤੋਂ ਜਾਂਦੇ ਹਾਂ, ਵਿਦੇਸ਼ਾਂ ਦੇ ਵਿੱਚ ਅਸੀਂ ਸਹੀ ਕੰਮ ਨਹੀਂ ਦੱਸਦੇ, ਅਸੀਂ ਉੱਥੇ ਜਾ ਕੇ ਸਿਰਫ ਇੱਕ ਠੱਪਾ ਦਿਖਾ ਦਿੰਦੇ ਹਾਂ, ਇਹ ਪਰਸਨ UK ਤੋਂ ਆਇਆ, ਇਹ ਪਰਸਨ ਅਮਰੀਕਾ ਤੋਂ ਆਇਆ। ਅਸੀਂ ਉਹਨਾਂ ਨੂੰ ਸਹੀ ਸ਼ਬਦਾਂ ਦੇ ਵਿੱਚ, ਜੇ ਅਸੀਂ ਕਿਤੇ ਦੂਰ ਦੇ ਜਾਂ ਪੰਜਾਬ ਰਿਸ਼ਤਾ ਕਰ ਰਹੇ ਹਾਂ, ਅਸੀਂ ਕਲੀਅਰ ਕਰ ਦਈਏ ਕਿ ਆਹ ਕੰਮ ਅਸੀਂ ਕਰਦੇ ਹਾਂ, ਤੁਹਾਡੀ ਕੁੜੀ ਨੂੰ ਵੀ ਆ ਕੇ ਇੱਥੇ ਮਿਹਨਤ ਕਰਨੀ ਪੈਣੀ ਆ, ਇੱਥੇ ਆ ਕੇ ਆਹ ਕੰਮ ਕਰਨਾ ਪੈਣਾ। ਕਈ ਵਾਰੀ ਇਹ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਕੋਈ ਗੱਲ ਨਹੀਂ, ਜੇ ਅਸੀਂ ਹੁਣ ਬਾਹਰਲੇ ਮੁਲਕਾਂ 'ਚ ਆ ਗਏ ਤਾਂ ਸਾਡਾ 10 ਪੜ੍ਹਿਆ ਮੁੰਡਾ ਵੀ PhD ਹੋਲਡਰ ਕੁੜੀ ਨਾਲ ਵਿਆਹ ਕਰਾ ਲੂਗਾ, ਉਹ ਬਾਅਦ 'ਚ ਸਮੱਸਿਆ ਆਉਣੀ ਆ। ਸੋ ਓਲੇ ਪਰਦੇ ਜੇ ਅਸੀਂ ਨਾ ਰੱਖੀਏ, ਅਸੀਂ ਜਾ ਕੇ ਉੱਥੇ ਸਾਰੀ ਗੱਲ ਇੱਕ ਦੂਜੇ ਨਾਲ ਖੁੱਲ੍ਹ ਕੇ ਕਰੀਏ ਤੇ ਸਹੀ ਤਰੀਕੇ ਨਾਲ ਕਰੀਏ, ਕਿਉਂਕਿ ਹੁਣ ਅੱਜ ਕੱਲ੍ਹ ਦੇ ਵਿਆਹਾਂ ਦੇ ਦੌਰ ਦੇ ਵਿੱਚ ਮੁੰਡੇ ਕੁੜੀ ਦਾ ਆਪਸ 'ਚ ਇੱਕ ਦੂਜੇ ਨਾਲ ਤਾਲਮੇਲ, ਜੇ ਉਹ ਦੋਨੇ ਨੌਕਰੀ ਕਰਦੇ ਨੇ, ਉਸ ਤੋਂ ਬਾਅਦ ਇਹ ਜ਼ਿਆਦਾ ਵੱਡੇ ਇਸ਼ੂ ਨੇ। ਕਈ ਵਾਰੀ ਸਾਡੇ ਪਰਿਵਾਰਾਂ ਦਾ ਬੜਾ ਪ੍ਰੈਸ਼ਰ ਹੁੰਦਾ ਕਿ ਅਸੀਂ ਬੱਚਿਆਂ ਦੀ ਪਸੰਦ ਪੁੱਛੇ ਬਿਨਾਂ ਹੀ ਸਿਰਫ ਤੇ ਸਿਰਫ ਇਹ ਵੀ ਕਹਿੰਦੇ ਆ ਕਿ ਜੇ ਸਾਡੀ ਪਸੰਦ, ਮਾਂ-ਬਾਪ ਦੀ ਕੋਈ ਪਸੰਦ ਆ, ਉਹੀ ਫੋਰਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਨਹੀਂ ਇਹ ਜ਼ਿਆਦਾ ਵਧੀਆ ਰਿਸ਼ਤਾ, ਕਿਉਂਕਿ ਅਸੀਂ ਫਾਈਨੈਂਸ਼ੀਅਲੀ ਗੇਨ ਦੇਖਦੇ ਹਾਂ ਕਿ ਅਸੀਂ ਬੱਚੇ ਦੇ ਵਿੱਚੋਂ ਫਾਈਨੈਂਸ਼ੀਅਲ ਗੇਨ ਕੀ ਲੈਣਾ, ਬੇਟਾ ਵਿਆਹੁਣਾ ਗਾ ਜਾਂ ਬੇਟੀ ਅਸੀਂ ਕਰਨੀ ਆ। ਕਿਉਂਕਿ ਕੁੜੀ ਵਾਲੇ ਪਰਿਵਾਰ ਨੂੰ ਵੀ ਇਹ ਹੁੰਦਾ ਜੇ ਸਾਡੇ ਕੋਲੇ ਇੰਨਾ ਗਾ ਤਾਂ ਅਸੀਂ ਉਸ ਤੋਂ ਵੱਡਾ ਘਰ ਦੇਖਣਾ। ਵੱਡੇ ਦੀ ਜਗ੍ਹਾ 'ਤੇ ਜੇ ਅਸੀਂ ਸ਼ਖਸੀਅਤ ਦੇਖੀਏ, ਅਸੀਂ ਕੰਮਕਾਰ ਕਰਨ ਦੀ ਕਾਬਲੀਅਤ ਦੇਖੀਏ, ਤਾਂ ਸ਼ਾਇਦ ਅਸੀਂ ਹੁਣ ਦੇ ਜਿਹੜੇ ਮਸਲੇ, ਵਿਆਹ ਟੁੱਟਣ ਦੇ ਮਸਲੇ ਆ ਰਹੇ ਆ, ਉਹਨਾਂ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਕਿਉਂਕਿ ਜਦੋਂ ਵਿਆਹ ਹੋ ਗਿਆ ਤਾਂ ਕਹਿੰਦੇ ਆ ਕਿ ਅਲਮਾਰੀਆਂ ਵੀ ਵੰਡੀਆਂ ਜਾਂਦੀਆਂ ਨੇ, ਅਲਮਾਰੀਆਂ ਦੇ ਵਿੱਚ ਵੀ ਅੱਧਾ ਸਮਾਨ ਦੋਨਾਂ ਜਾਣਿਆਂ ਦਾ ਆ ਜਾਣਾ। ਸੋ ਕੋਈ ਓਲਾ ਜਾਂ ਪਰਦਾ ਤਾਂ ਰਹਿੰਦਾ ਨਹੀਂ ਆ। ਔਰ ਸਾਰੀ ਜ਼ਿੰਦਗੀ ਉਹਨਾਂ 2 ਜਾਣਿਆਂ ਨੇ ਕੱਢਣੀ ਆ, ਉਹਨਾਂ ਦੀ ਸੋਚ ਸਮਝ ਮਿਲਦੀ ਕਿੰਨੀ ਜ਼ਰੂਰੀ ਹੋਣੀ ਚਾਹੀਦੀ ਆ। ਦੋਨਾਂ ਦੀ ਏਜ, ਜਾਂ ਜੇ ਹੁਣ ਇਕੱਠੇ ਪੜ੍ਹਾਈ ਵੀ ਕਰ ਰਹੇ ਉਹ ਵੀ ਵਧੀਆ ਚੀਜ਼ ਆ, ਕਿਉਂਕਿ ਕਈ ਵਾਰੀ ਹੁੰਦਾ ਕਿ ਤਾਲਮੇਲ ਦੇ ਵਿੱਚ ਚੀਜ਼ਾਂ ਜ਼ਰੂਰੀ ਨੇ। ਇਹ ਨਹੀਂ ਆ ਕਿ ਹੁਣ ਵਿਆਹ ਹੋ ਗਿਆ, ਬੱਚਾ ਹੋ ਗਿਆ, ਬੱਚੇ ਦੀ ਜ਼ਿੰਮੇਵਾਰੀ ਸਾਰੀ ਘਰ ਵਾਲੀ ਤੇ ਉਹ ਨਹੀਂ ਹੋਊਗਾ। ਕਿਉਂਕਿ ਜੇ ਤੁਸੀਂ ਹੁਣ ਨੌਕਰੀ ਪੇਸ਼ੇ ਵਾਲੀਆਂ ਕੁੜੀਆਂ, ਤੁਹਾਨੂੰ ਲੱਗਦਾ ਕਿ ਕੁੜੀਆਂ ਵੀ ਨੌਕਰੀ ਕਰਨ, ਤੇ ਪਲੱਸ ਕੁੜੀਆਂ ਨੂੰ ਵੀ ਮੇਰੀ ਇਹ ਗੁਜ਼ਾਰਿਸ਼ ਆ ਕਿ ਵਿਆਹ ਨੂੰ ਤੁਸੀਂ ਕੁਛ ਇਹ ਤਸਦੀਕ ਕਰਕੇ ਨਾ ਲਓ ਕਿ ਬਸ ਵਿਆਹ ਹੋ ਗਿਆ ਤਾਂ ਸਾਰਾ ਖਰਚਾ ਇਹਨਾਂ ਤੋਂ ਹੀ ਕਰਵਾਉਣਾ। ਦੋਨੇ ਚੀਜ਼ਾਂ ਜੇ ਮਿਲ ਕੇ ਅਸੀਂ ਮਿੱਥ ਕੇ ਓਲੇ ਪਰਦੇ ਨਾ ਰੱਖੀਏ, ਇੱਕ ਦੂਜੇ ਦਾ ਸੁਭਾਅ ਇੱਕ ਦੂਜੇ ਨਾਲ ਮੈਚ ਕਰ ਲਈਏ, ਕਿਉਂਕਿ ਜਿਹੜੀ ਕੁੜੀ ਦੂਜੇ ਘਰ ਤੋਂ ਆਈ ਆ ਉਹਦੇ ਲਈ ਵੀ ਬੜੇ ਵੱਡੇ ਚੈਲੰਜ ਹੁੰਦੇ ਆ, ਤੇ ਜਿਹੜੇ ਪਰਿਵਾਰ ਨੇ ਉਸ ਕੁੜੀ ਨੂੰ ਆਪਦੇ 'ਚ ਐਡਜਸਟ ਕਰਨਾ ਉਹ ਵੀ ਬੜੇ ਵੱਡੇ ਚੈਲੰਜ ਹੁੰਦੇ ਆ। ਕਈ ਵਾਰੀ ਪਹਿਲਾਂ ਦੇ ਰੱਖੇ ਹੋਏ ਓਲੇ ਰਿਸ਼ਤਿਆਂ ਦੇ ਵਿੱਚ ਇੰਨੀ ਕੁੜੱਤਣ ਭਰ ਦਿੰਦੇ ਨੇ ਕਿ ਰਿਸ਼ਤੇ ਟੁੱਟਣ ਦੇ ਕਗਾਰ 'ਤੇ ਆ ਜਾਂਦੇ ਨੇ। ਬਾਹਰਲੇ ਮੁਲਕਾਂ ਦੇ ਵਿੱਚ ਇੱਕ ਚੀਜ਼ ਹੋਰ ਕਈ ਵਾਰੀ ਹੁੰਦਾ ਕਿ ਇੱਕ ਪਾਰਟਨਰ ਜੇ ਕੁੜੀ ਮੁੰਡੇ ਨੂੰ ਵਿਆਹ ਕੇ ਲੈ ਕੇ ਆਈ ਆ ਤਾਂ ਉਹ ਆਪਣਾ ਦਬਦਬਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਆ। ਕਈ ਵਾਰੀ ਇਹ ਹੁੰਦਾ ਕਿ ਜੇ ਮੁੰਡਾ ਵਿਆਹ ਕੇ ਲੈ ਕੇ ਆਇਆ ਤਾਂ ਉਧਰੋਂ ਕੁੜੀ ਨੂੰ ਲੈ ਕੇ ਆਇਆ, ਤਾਂ ਇਸ ਚੀਜ਼ ਦਾ ਹੀ ਸਾਰੀ ਜ਼ਿੰਦਗੀ ਬੜਾ ਅਹਿਸਾਨ ਜਤਾਇਆ ਜਾਂਦਾ ਕਿ ਤੁਹਾਨੂੰ ਬਾਹਰਲੇ ਮੁਲਕ 'ਚ ਕੱਢਿਆ ਗਿਆ। ਅਹਿਸਾਨਾਂ ਦੀ ਬਜਾਏ ਅਸੀਂ ਇੱਕ ਦੂਜੇ ਨਾਲ ਰੋਜ਼ਮਰਰਾ ਜਿਹੜਾ ਜਿਉਣੇ ਆ, ਇੱਕ ਦੂਜੇ ਦੇ ਨਾਲ ਜਿਹੜਾ ਗਿਵ ਐਂਡ ਟੇਕ ਦਾ ਰਿਲੇਸ਼ਨਸ਼ਿਪ ਆ, ਜੇ ਅਸੀਂ ਉਹ ਡਿਵੈਲਪ ਨਹੀਂ ਕਰਦੇ ਤਾਂ ਸਾਡੇ ਰਿਸ਼ਤੇ ਟੁੱਟਣ ਦੇ ਜ਼ਿਆਦਾ ਚਾਂਸ ਹੋ ਜਾਂਦੇ ਆ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਸੌਦੇਬਾਜ਼ੀਆਂ ਤੋਂ ਉੱਪਰ ਉੱਠ ਕੇ, ਮੈਟੀਰੀਅਲਿਸਟਿਕ ਸੋਚ ਤੋਂ ਉੱਪਰ ਉੱਠ ਕੇ ਰਿਸ਼ਤੇ ਕਿਵੇਂ ਨਿਭਾਉਣੇ ਆ, ਉਸ ਔਰਤ ਨੇ ਵੀ ਆ ਕੇ ਤੁਹਾਡੀ ਅਗਲੀ ਜਨਰੇਸ਼ਨ ਪੈਦਾ ਕਰਨੀ ਆ। ਔਰ ਇਹਦੇ 'ਚ ਸਾਡੇ ਰਿਸ਼ਤੇਦਾਰਾਂ ਦੀ ਅਕਸਰ ਇਹ ਤੁਸੀਂ ਸੁਣਿਆ ਹੋਏਗਾ ਵੀ ਰਿਸ਼ਤੇਦਾਰਾਂ ਦਾ ਰੋਲ ਅਹਿਮ ਹੋ ਜਾਂਦਾ, ਕਿਉਂਕਿ ਅਸੀਂ ਜਿਹੜੀ ਉਹ ਕੁੜੀ ਵਿਆਹ ਕੇ ਲੈ ਕੇ ਆਉਂਦੀ ਆ ਉਹਦੇ 'ਤੇ ਵੀ ਅਸੀਂ ਬੜਾ ਉਹਨੂੰ
ਕ੍ਰਿਟੀਕਲ ਨਜ਼ਰ ਨਾਲ ਦੇਖਦੇ ਹਾਂ ਕਿ ਉਹਦੀ ਹਰ ਇੱਕ ਚੀਜ਼ ਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਕਈ ਵਾਰੀ ਇਹ ਵੀ ਹੁੰਦਾ ਕਿ ਜੇ ਵੱਡੇ ਪਰਿਵਾਰ ਨਾਲ ਤੁਸੀਂ ਮੱਥਾ ਲਾ ਲਿਆ ਤਾਂ ਇੱਕ ਦਿਨ ਮੱਥਾ ਨਹੀਂ ਲਾਇਆ, ਤੁਸੀਂ ਇੱਕ ਦਿਨ ਪੈਸੇ ਦੇ ਕੇ ਤੁਸੀਂ ਵੱਡਾ ਵਿਆਹ ਕਰਕੇ ਸੁਰਖਰੂ ਨਹੀਂ ਹੋ ਜਾਣਾ। ਤੁਸੀਂ ਹਰ ਦਿਨ ਤਿਉਹਾਰ 'ਤੇ ਇੱਕ ਦੂਜੇ ਨਾਲ ਇਕੱਠੇ ਹੋਣਾ, ਇੱਕ ਦੂਜੇ ਨਾਲ ਮਿਲਣਾ ਵਰਤਣਾ। ਸੋ ਉੱਥੇ ਵੀ ਜਿਹੜੀ ਕੁੜੀ ਵਿਆਹ ਕੇ ਆਈ ਆ ਉਹਨੂੰ ਇਹ ਮਹਿਸੂਸ ਨਾ ਹੁੰਦਾ ਰਹੇ ਕਿ ਸ਼ਾਇਦ ਮੇਰਾ ਪਰਿਵਾਰ ਛੋਟਾ। ਸੋ ਕਾਬਲੀਅਤ ਦੇ ਉੱਤੇ ਜੇ ਬੇਸਡ ਰਿਸ਼ਤੇ ਹੋਣਗੇ ਤਾਂ ਸ਼ਾਇਦ ਸਾਡੇ ਰਿਸ਼ਤੇ ਜ਼ਿਆਦਾ ਵਧੀਆ ਨਿਭ ਸਕਣਗੇ, ਸਾਨੂੰ ਇੱਕ ਦੂਜੇ ਦਾ ਸੁਭਾਅ ਜ਼ਿਆਦਾ ਵਧੀਆ ਪਤਾ ਹੋਊਗਾ। ਔਰ ਇਹ ਚੀਜ਼ਾਂ ਸੋਚਦੀ ਹੈ ਕਿ ਜੇ ਕਈ ਵਾਰੀ ਕੁੜੀ ਨੂੰ ਵੀ ਕਹਿ ਦਿੰਦੇ ਆ ਕਿ ਜੇ ਕੁੜੀ ਬਹੁਤ ਵਿਗੜੀ ਹੋਈ ਆ ਤਾਂ ਕਹਿ ਦਿੰਦੇ ਆ ਤੈਨੂੰ ਅਗਲਾ ਪਰਿਵਾਰ ਸਿੱਧਾ ਕਰੂ, ਤੇ ਮੁੰਡੇ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਇਹਦਾ ਵਿਆਹ ਕਰ ਦਿਓ ਜੇ ਵਿਗੜਿਆ ਹੋਇਆ। ਸੋ ਕਿਸੇ ਵੀ ਵਿਗੜੀ ਹੋਈ ਚੀਜ਼ ਦਾ ਸਲਿਊਸ਼ਨ ਵਿਆਹ ਨਹੀਂ ਹੈਗਾ। ਵਿਆਹ ਤਾਂ ਇੱਕ ਦੂਜੇ ਦਾ ਸਾਥ ਆ। ਵਿਆਹ ਤਾਂ ਇੱਕ ਇਹੋ ਜਿਹਾ ਰਿਸ਼ਤਾ ਗਾ ਜਿਹਦੇ 'ਚ ਕੋਈ ਵੱਡਾ ਜਾਂ ਛੋਟਾ ਨਹੀਂ ਆ, ਜਿਹਦੇ 'ਚ ਤੁਸੀਂ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਦੂਜੇ ਬੰਦੇ ਨਾਲ ਕਰ ਲੈਂਦੇ ਹੋ। ਕਈ ਵਾਰੀ ਇਹ ਹੁੰਦਾ ਕੁੜੀਆਂ ਲਈ ਇਹ ਚੈਲੰਜ ਹੁੰਦਾ, ਉਹਨੂੰ ਅਗਲੇ ਪਰਿਵਾਰ ਦੀਆਂ ਕੁਛ ਗੱਲਾਂ ਚੰਗੀਆਂ ਨਹੀਂ ਲੱਗੀਆਂ, ਉਹ ਚਾਹੁੰਦੀ ਆਪਣੇ ਪਾਰਟਨਰ ਨਾਲ, ਆਪਣੇ ਹਸਬੈਂਡ ਨਾਲ ਗੱਲ ਕਰਨੀ, ਤੇ ਹਸਬੈਂਡ ਨੂੰ ਲੱਗਦਾ ਕਿ ਇਹ ਮੇਰੇ ਪਰਿਵਾਰ ਦੀਆਂ ਚੁਗਲੀਆਂ ਕਰਦੇ ਆ। ਉਹਦੀ ਗੱਲ ਜ਼ਰੂਰ ਸੁਣ ਲਓ, ਹੋ ਸਕਦਾ ਉਹ ਚੁਗਲੀਆਂ ਨਾ ਹੋਣ, ਹੋ ਸਕਦਾ ਉਹਦੇ ਇਹੋ ਜਿਹੇ, ਕਿਉਂਕਿ ਹੋ ਸਕਦਾ ਇੱਕ ਬੰਦਾ ਨਿਊਕਲੀਅਰ ਪਰਿਵਾਰ ਤੋਂ ਆਇਆ ਹੋਵੇ, ਇੱਕ ਜੁਆਇੰਟ ਫੈਮਿਲੀ 'ਚ ਰਿਹਾ ਹੋਵੇ। ਸੋ ਇਹ ਚੀਜ਼ਾਂ ਮੈਚ ਕਰਨੀਆਂ ਬਹੁਤ ਜ਼ਰੂਰੀ ਨੇ। ਕਈ ਵਾਰੀ ਹੁੰਦਾ ਕਿ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਐਡਜਸਟਮੈਂਟ ਨਹੀਂ ਹੁੰਦੀ। ਪਿੰਡ ਦੇ ਵਿੱਚ ਕੋਈ ਵੱਡਾ ਲਾਣੇ ਵਾਲਾ ਘਰ ਆ ਤੇ ਉਹਨਾਂ ਨੂੰ ਕੁੜੀ ਚਾਹੀਦੀ ਆ ਰੋਟੀਆਂ ਪਕਾਉਣ ਵਾਲੀ, ਤੇ ਕੁੜੀ ਅਸੀਂ ਵਿਆਹ ਲਿਆਂਦੀ ਸ਼ਹਿਰ ਤੋਂ, ਤੇ ਸ਼ਹਿਰ ਵਾਲੀ ਕਹਿੰਦੀ ਹੁਣ ਮੇਰੇ ਕਿਚਨ 'ਚ ਵੜਨਾ ਨਹੀਂ, ਪ੍ਰੋਬਲਮ ਆਊਗੀ ਉੱਤੇ, ਉਹ ਸਾਰੀ ਜ਼ਿੰਦਗੀ ਪੇਕੇ, ਤੇ ਹੋ ਸਕਦਾ ਮੁੰਡਾ ਵੀ ਜਾ ਕੇ ਸਹੁਰੇ ਬਹਿ ਜਾਵੇ। ਸੋ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੀ ਲੋੜ ਦੇ ਹਿਸਾਬ ਨਾਲ ਸੋਚੀਏ ਕਿ ਸਾਡੀ ਸੋਚ ਕਿੱਥੇ ਆ, ਅਸੀਂ ਕਿਤੇ ਕਿਸੇ ਦੂਜੇ ਬੱਚੇ ਨਾਲ ਇਨਜਸਟਿਸ ਨਹੀਂ ਕਰ ਰਹੇ। ਔਰ ਇਹਦੇ 'ਚ ਮੈਂ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿਣਾ ਚਾਹੂੰਗੀ ਕਿ ਅਸੀਂ ਪੜ੍ਹ ਲਿਖ ਗਏ ਹਾਂ, ਨੌਕਰੀਆਂ ਕਰਨ ਲੱਗ ਗਏ ਹਾਂ, ਆਪਣੀਆਂ ਡਿਗਰੀਆਂ ਵੱਡੀਆਂ ਕਰ ਲਈਆਂ ਨੇ, ਹੁਣ ਅਸੀਂ ਇਸ ਤੋਂ ਅੱਗੇ ਦੀ ਸੋਚ ਦੇ ਵਿੱਚ ਜਿਸ ਪਰਸਨ ਨਾਲ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢਣੀ ਆ, 50, 55 ਜਾਂ 60 ਸਾਲ ਕੱਢਣੇ ਆ, ਉਹਨੂੰ ਤੁਸੀਂ ਖੁਦ ਪਰਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਸਕਦੇ ਹੋ। ਔਰ ਮੈਟਰਲਿਸਟਿਕ ਚੀਜ਼ਾਂ ਯਕੀਨ ਜਾਣਿਓ, ਮੈਟਰਲਿਸਟਿਕ ਚੀਜ਼ਾਂ ਦੀ ਜਗ੍ਹਾ 'ਤੇ ਜੇ ਤੁਸੀਂ ਉਸਦਾ ਸੁਭਾਅ, ਉਹ ਕਿੰਨਾ ਕੰਮ ਕਰਨ ਦੇ ਵਿੱਚ ਕਾਬਲੀਅਤ ਰੱਖਦਾ, ਤੁਹਾਡੇ ਨਾਲ ਕਿੰਨਾ ਸਾਥ ਦੇ ਸਕਦਾ, ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ। ਜੇ ਤੁਸੀਂ ਇਹ ਚੀਜ਼ਾਂ 'ਤੇ ਜ਼ਿਆਦਾ ਫੋਕਸ ਕਰੋਗੇ, ਮੈਨੂੰ ਲੱਗਦਾ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹੀ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ, ਇਹੀ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਨੇ। ਅਤੇ ਕਈ ਵਾਰੀ ਅਸੀਂ ਇਹ ਵੀ ਕਹਿੰਦੇ ਹਾਂ ਬਈ ਹੁਣ ਇੰਨੇ ਸਾਲਾਂ ਬਾਅਦ ਤੂੰ ਤਾਂ ਬੜਾ ਹੱਸਦੀ ਹੁੰਦੀ ਸੀ, ਤੇਰਾ ਸੁਭਾਅ ਬਦਲ ਗਿਆ, ਜਾਂ ਮੁੰਡੇ ਨੂੰ ਕਹਿੰਦੇ ਹਾਂ ਕਿ ਹੁਣ ਇਹਦਾ ਵਿਆਹ ਹੋ ਗਿਆ, ਇਹ ਸਾਰੀ ਗੱਲ ਘਰ ਵਾਲੀ ਤੋਂ ਪੁੱਛ ਕੇ ਕਰਦਾ। ਜਦੋਂ ਕਿਸੇ ਦਾ ਸੁਭਾਅ ਬਦਲਦਾ ਉਹ ਇੱਕ ਦਿਨ 'ਚ ਨਹੀਂ ਬਦਲਦਾ, ਉਹਦੇ ਤਬਦੀਲ ਹੋਣ ਦੇ ਕਈ ਕਾਰਨ ਹੋ ਸਕਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਜਦੋਂ ਦੋ ਜਾਣੇ ਇੱਕ ਰਿਸ਼ਤੇ ਦੇ ਵਿੱਚ ਆ, ਬਾਕੀਆਂ ਨੂੰ ਅਸੀਂ ਲਿਵਿੰਗ ਰੂਮ ਦੀ ਕੋਈ ਵੀ ਗੱਲ ਬੈਡਰੂਮ 'ਚ ਨਾ ਲੈ ਕੇ ਜਾਈਏ, ਕਿਉਂਕਿ ਜਦੋਂ ਰਿਸ਼ਤਿਆਂ 'ਚ ਵਿਗਾੜ ਹੁੰਦਾ ਤਾਂ ਦੋ ਪਰਿਵਾਰ ਤਾਂ ਉਸ ਚੀਜ਼ ਦਾ ਦੁੱਖ ਝੱਲਦੇ ਹੀ ਨੇ। ਮੈਂਟਲੀ, ਮਾਨਸਿਕ ਤੌਰ 'ਤੇ ਜਿਹੜੀਆਂ ਸੱਟਾਂ ਲੱਗਦੀਆਂ ਨੇ ਉਹ ਵੀ ਬਹੁਤ ਵੱਡੀਆਂ ਹੁੰਦੀਆਂ ਨੇ, ਕਿਉਂਕਿ ਸਰੀਰਕ ਸੱਟ ਅਸੀਂ ਦੇਖ ਸਕਦੇ ਹਾਂ, ਮਾਨਸਿਕ ਸੱਟ ਅਸੀਂ ਦੇਖ ਨਹੀਂ ਸਕਦੇ। ਸੋ ਕੋਸ਼ਿਸ਼ ਕਰੀਏ ਕਿ ਜਦੋਂ ਜਿਨ੍ਹਾਂ ਦੀ ਵੀ ਵਿਆਹ ਕਰਾਉਣ ਦੀ ਉਮਰ ਆ, ਉਹ ਇੱਕ ਦੂਜੇ ਦਾ ਸੁਭਾਅ, ਸਾਡੇ ਪਰਿਵਾਰ ਦੀ ਕੀ ਲੋੜ ਆ, ਉਹਦੇ ਹਿਸਾਬ ਨਾਲ ਉਹਲੇ ਪਰਦਿਆਂ ਤੋਂ ਉੱਪਰ ਉੱਠ ਕੇ ਅਸੀਂ ਰਿਸ਼ਤੇ ਨਿਭਾਈਏ। ਹੋ ਸਕਦਾ ਅੱਜ ਜਿਹੜੀ ਕੁੜੀ ਨੂੰ ਤੁਸੀਂ ਕਾਲੀ ਕਹਿ ਰਹੇ ਹੋ ਉਹ ਤੁਹਾਡੇ ਘਰ ਨੂੰ ਆ ਕੇ ਸਵਰਗ ਬਣਾ ਦੇਵੇ, ਅੱਜ ਜਿਹੜੀ ਕੁੜੀ ਨੂੰ ਤੁਸੀਂ ਹੂਰ ਪਰੀ ਕਹਿ ਰਹੇ ਹੋ ਉਹ ਤੁਹਾਡੇ ਕਿਸੇ ਕੰਮ ਨਾ ਆਵੇ। ਇਹ ਵੀ ਹੋ ਸਕਦਾ ਅੱਜ ਜਿਹੜੇ ਮੁੰਡੇ ਨੂੰ ਤੁਸੀਂ ਲਿਬੜੇ ਕੱਪੜਿਆਂ 'ਚ ਦੇਖਿਆ ਉਹ ਕੰਮ ਕਰ ਕਰਕੇ ਬਹੁਤ ਵੱਡਾ ਬਿਜ਼ਨਸ ਬਣਾ ਲਵੇ, ਤੇ ਇਹ ਵੀ ਹੋ ਸਕਦਾ ਅੱਜ ਜਿਹੜੇ ਵੱਡੇ ਲਾਣੇ ਵਾਲੇ ਮੁੰਡੇ ਨਾਲ ਤੁਸੀਂ ਵਿਆਹ ਕੀਤਾ ਉਹ ਕੱਲ੍ਹ ਨੂੰ ਨਸ਼ੇ ਪੱਤਿਆਂ ਦੇ ਵਿੱਚ ਤੁਹਾਡੇ ਕੋਲ ਕੁਛ ਵੀ ਨਾ ਹੋਵੇ। ਸੋ ਇੱਕ ਦੂਜੇ ਦੀ ਸ਼ਖਸੀਅਤ ਨੂੰ ਪਰਖ ਕੇ ਇਹ ਵਿਆਹ ਦਾ ਡਿਸੀਜ਼ਨ ਲਓ ਤਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਖੁਸ਼ਹਾਲ ਹੋ ਸਕੇ। ਆਸ ਕਰਦੇ ਹਾਂ ਕਿ ਗੱਲਾਂ ਵਿੱਚੋਂ ਗੱਲ ਕੜੀ ਦੀ ਇਹ ਪੇਸ਼ਕਸ਼ ਤੁਸੀਂ ਜ਼ਰੂਰ ਪਸੰਦ ਕੀਤੀ ਹੋਏਗੀ। ਫਿਰ ਤੋਂ ਇੱਕ ਵੱਖਰਾ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਜੋਸ਼ ਜਜ਼ਬਾ ਹਰਮਨ ਫਤਿਹ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।